वाहिगुरू जी का खालसा वाहिगुरू जी की फतेह। आप लगभग 7 साल ਦੇ ਸਨ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਤਾਰਨ ਤੁਰੇ ਤਾਂ ਆਪ ਨੂੰ ਬੀਬੀ ਨਾਨਕੀ ਦੀ ਝੋਲੀ ਪਾ ਕੇ ਉਸ ਦਾ ਸੁਪੁੱਤਰ ਬਣਾ ਗਏ ਸਨ। ਕਿਉਂਕਿ ਬੀਬੀ ਨਾਨਕੀ ਜੀ ਦੀ ਕੋਈ ਔਲਾਦ ਨਹੀਂ ਸੀ। ਲਖਮੀ ਦਾਸ ਛੋਟੇ ਸਨ। ਉਹ ਮਾਤਾ ਸੁਲੱਖਣੀ ਜੀ ਸਣੇ ਆਪਣੇ ਨਾਨਕੇ ਚਲੇ ਗਏ ਸਨ। ਬਚਪਨ ਤੋਂ ਹੀ ਆਪ ਚੌਂਕੜੀ ਮਾਰ ਕੇ ਸਮਾਧੀ ਲਾ ਕੇ ਕਈ ਦਿਨ ਬੈਠੇ ਰਹਿੰਦੇ ਸਨ। ਬਿਲਕੁਲ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਂਗ ਸੁਰਤੀ ਕਰਤਾਰ ਦੇ ਚਰਨਾਂ ਨਾਲ ਜੋੜ ਕੇ ਅਗੰਮੀ ਸਰੂਰ ਮਾਣਦੇ ਸਨ ਤੇ ਭੁੱਲੇ ਭਟਕੇ ਜੀਆਂ ਨੂੰ ਸੱਤ ਧਰਮ ਦਾ ਉਪਦੇਸ਼ ਦੇ ਕੇ ਸਿੱਧੇ ਰਾਹ 'ਤੇ ਲਾਉਂਦੇ ਰਹੇ। ਬੱਚਿਆਂ ਵਿੱਚ ਸਮਾਧੀ ਲਾ ਕੇ ਬੈਠਦੇ, ਕਈ ਵਾਰ ਛਪਨ ਵੀ ਹੋ ਜਾਂਦੇ, ਗਾਇਬ ਹੋ ਜਾਂਦੇ ਸਨ। ਬਾਲਕ ਇਹ ਕੌਤਕ ਵੇਖ ਕੇ ਹੈਰਾਨ ਰਹਿ ਜਾਂਦੇ। ਇੱਥੇ ਹੀ ਬਸ ਨਹੀਂ, ਦੂਰ ਦੂਰ ਜੰਗਲਾਂ ਵਿੱਚ ਨਿਕਲ ਜਾਂਦੇ ਤੇ ਧੂਣਾ ਲਾ ਕੇ ਬੈਠ ਜਾਂਦੇ। ਸ਼ੇਰ, ਚਿੱਤਰੇ ਤੇ ਹੋਰ ਕਈ ਭਿਆਨਕ ਜੰਗਲੀ ਜਾਨਵਰ ਆਪ ਦੀਆਂ ਪਰਿਕਰਮਾ ਕਰਕੇ ਆਪ ਦੇ ਚਰਨਾਂ 'ਤੇ ਨਮਸਕਾਰ ਕਰਕੇ ਬੈਠ ਜਾਂਦੇ। ਕਈ ਵਾਰ ਸ਼ੇਰ, ਬੱਕਰੀਆਂ, ਹਾਥੀ, ਬਘਿਆੜ ਇਕੱਠੇ ਆਪ ਦੇ ਪਾਸ ਕਿੰਨਾ ਸਮਾਂ ਬੈਠੇ ਰਹਿੰਦੇ। ਆਪ ਨੇ ਜਿੱਥੇ ਇਨਸਾਨਾਂ ਨੂੰ ਰਾਹੇ ਪਾਇਆ, ਉੱਥੇ ਨਾਲ ਹੀ ਪਸ਼ੂਆਂ ਤੇ ਖੂੰਖਾਰ ਜਾਨਵਰਾਂ ਨੂੰ ਵੀ ਆਪਣੀ ਸ਼ਕਤੀ ਦੁਆਰਾ ਪ੍ਰੇਮ ਪਿਆਰ ਦਾ ਸਬਕ ਦਿੱਤਾ। ਆਪ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ। ਲੋਕਾਂ ਨੇ ਕਈ ਵਾਰ ਆ ਕੇ ਭਾਈ ਜੈ ਰਾਮ ਜੀ ਤੇ ਬੇਬੇ ਨਾਨਕੀ ਨੂੰ ਦੱਸਿਆ ਕਿ ਤੁਹਾਡਾ ਨਿੱਕਾ ਜਿਹਾ ਬਾਲਕ ਹਾਥੀਆਂ ਸ਼ੇਰਾਂ ਨਾਲ ਜੱਫੀਆਂ ਪਾ ਕੇ ਕਈ ਪ੍ਰਕਾਰ ਦੀਆਂ ਖੇਡਾਂ ਕਰਦਾ ਹੈ। ਜਿਸ ਤੋਂ ਘਬਰਾ ਕੇ ਕੁਝ ਬੰਦੇ ਆਪ ਨੂੰ ਲਿਆਉਣ ਲਈ ਜੰਗਲਾਂ ਵਿੱਚ ਭੇਜੇ। ਜਦ ਉਹ ਸੰਘਣੇ ਜੰਗਲਾਂ ਵਿੱਚ ਪੁੱਜੇ ਤਾਂ ਦੂਰੋਂ ਦੇਖਿਆ ਆਪ ਧੂਣੇ ਦੇ ਇਰਦ ਗਿਰਦ ਹਾਥੀ, ਸ਼ੇਰ, ਚਿੱਤਰੇ ਤੇ ਸੱਪਾਂ ਦੀ ਝੁਰਮਟ ਪਏ ਹੋਏ ਹਨ ਤੇ ਸਭ ਜਾਨਵਰ ਹਜ਼ੂਰੀ ਵਿੱਚ ਬੈਠੇ ਆਪ ਜੀ ਵੱਲ ਤੱਕ ਰਹੇ ਹਨ, ਮਾਨੋ ਨਾਮ ਰੰਗ ਵਿੱਚ ਰੰਗੇ ਹੋਏ ਸਮਾਧੀਆਂ ਲਾਈ ਬੈਠੇ ਹਨ। ਇਸ ਕੌਤਕ ਨੂੰ ਵੇਖ ਕੇ ਉਹ ਬੰਦੇ ਖੌਫ ਖਾ ਕੇ ਵਾਪਸ ਆ ਗਏ ਤੇ ਆਪੋ ਵਿੱਚ ਵਿਚਾਰਾਂ ਕਰਦੇ ਕਿ ਇਹ ਕੋਈ ਮਹਾਨ ਸ਼ਕਤੀ ਹੈ, ਕੋਈ ਅਵਤਾਰੀ ਪੁਰਸ਼ ਹੈ, ਸੰਸਾਰ ਵਿੱਚ ਆਈ ਹੈ, ਜਿਸ ਪਾਸ ਬੈਠ ਕੇ ਏਡੇ ਬਲੀ ਤੇ ਜ਼ਹਿਰੀਲੇ ਜਾਨਵਰ, ਸੱਪ ਇਸ ਤਰ੍ਹਾਂ ਹਾਜ਼ਰੀ ਭਰਦੇ ਹਨ। ਉਹਨਾਂ ਫਿਰ ਜਾ ਕੇ ਆਪ ਬਾਰੇ ਦੱਸਿਆ ਕਿ ਇਹ ਬਾਲਕ ਤਾਂ ਕੋਈ ਮਹਾਨ ਪੈਗੰਬਰ ਹੈ। ਇਸ ਨੂੰ ਜਾਨਵਰ ਕੁਛ ਨਹੀਂ ਕਹਿ ਸਕਦੇ, ਇਸ ਵਾਸਤੇ ਫਿਕਰ ਕਰਨ ਦੀ ਲੋੜ ਨਹੀਂ ਹੈ। ਬੇਬੇ ਨਾਨਕੀ ਪਹਿਲੇ ਹੀ ਇਹ ਸਮਝਦੀ ਸੀ ਕਿ ਇਹ ਕੋਈ ਅਵਤਾਰੀ ਬਾਲਕ ਹੈ, ਪਰ ਅੱਜ ਇਹ ਚਮਤਕਾਰ ਵੇਖ ਕੇ ਬੇਬੇ ਨਾਨਕੀ ਦੇ ਸਾਰੇ ਸੰਦੇਹ, ਸ਼ੱਕ ਦੂਰ ਹੋ ਗਏ। ਭੂਆ ਨਾਨਕੀ ਦੇ ਮਨ ਵਿੱਚ ਇੱਛਾ ਹੋਈ ਕਿ ਇੱਕ ਵਾਰ ਜ਼ਰੂਰ ਆਪ ਨੂੰ ਮਿਲ ਕੇ ਮਨ ਦੀਆਂ ਗੱਲਾਂ ਸਾਂਝੀਆਂ ਕਰਾਂ। ਭੂਆ ਦੇ ਅੰਤਰੀਵ ਫੁਰਨੇ ਨੂੰ ਜਾਣ ਕੇ ਦੂਜੇ ਦਿਨ ਸਵੇਰੇ ਹੀ ਆਪ ਨੇ ਆ ਕੇ ਭੂਆ ਜੀ ਨੂੰ ਦਰਸ਼ਨ ਦਿੱਤੇ ਤੇ ਪੁੱਛਿਆ ਕਿ ਦੱਸੋ ਕਿਸ ਲਈ ਯਾਦ ਕੀਤਾ ਹੈ। ਜਾਣੀ ਜਾਣ ਭਤੀਜੇ ਬਾਬਾ ਸ਼੍ਰੀ ਚੰਦ ਨੂੰ ਵੇਖ ਕੇ ਭੂਆ ਖੁਸ਼ੀਆਂ 'ਚ ਫੁੱਲੀ ਨਾ ਸਮਾਈ ਤੇ ਆਪ ਜੱਫੀ 'ਚ ਲੈ ਕੇ ਪਿਆਰ ਕਰਨ ਲੱਗ ਪਈ ਤੇ ਕਹਿਣ ਲੱਗੀ ਕਿ ਮੇਰਾ ਦਿਲ ਉਦਾਸ ਸੀ ਤੇ ਆਪ ਦੇ ਦਰਸ਼ਨਾਂ ਦੀ ਚਾਹ ਸੀ। ਇੰਨੇ ਵਿੱਚ ਸਾਰੇ ਪਿੰਡ ਦੇ ਹੋਰ ਵੀ ਕੁਝ ਲੋਕ ਆ ਗਏ। ਸੰਗਤ ਇਕੱਠੀ ਹੋ ਗਈ। ਸਾਰੇ ਆਪ ਦੇ ਚਰਨਾਂ 'ਚ ਬੈਠ ਗਏ। ਆ ਕੇ ਆਪ ਨੇ ਸਭ ਨੂੰ ਅਸ਼ੀਰਵਾਦ ਦੇ ਕੇ ਆਖਿਆ ਕਿ ਜਗਤ ਮਿਥਿਆ ਹੈ, ਸਭ ਪਦਾਰਥ ਝੂਠੇ ਤੇ ਦੁੱਖ ਰੂਪ ਹਨ। ਸੰਸਾਰ ਦਾ ਮੋਹ ਦੁੱਖਾਂ ਦਾ ਘਰ ਹੈ, ਮਾਇਆ ਨਾਗਿਨ ਹੈ। ਇਸ ਦਾ ਡੰਗ ਜਿਸ ਨੂੰ ਲੱਗੇਗਾ ਉਹਦਾ ਨਰਕਾਂ ਤੋਂ ਬਚਣਾ ਮੁਸ਼ਕਿਲ ਹੈ। ਇਸ ਲਈ ਅਸੀਂ ਸੰਸਾਰਕ ਪਦਾਰਥਾਂ ਨੂੰ ਤਿਆਗ ਕੇ ਘਰ-ਬਾਰ ਛੱਡ ਦਿੱਤਾ ਹੈ। ਸਾਰਾ ਸੰਸਾਰ ਮੇਰਾ ਪਰਿਵਾਰ ਹੈ ਤੇ ਸਾਰਾ ਸੰਸਾਰ ਹੀ ਦੁੱਖ ਵਿੱਚ ਹੈ। ਇਸ ਸਮੇਂ ਇਸ ਦੇ ਦੁੱਖ ਦੂਰ ਕਰਨੇ ਹਨ। ਤੁਸੀਂ ਧਰਮ ਦੀ ਕਮਾਈ ਕਰੋ, ਸੱਚ ਬੋਲੋ, ਸੇਵਾ ਕਰੋ, ਲੋਕ ਪਰਲੋਕ ਸਫਲ ਹੋਏਗਾ। ਇਸ ਲਈ ਜਿੰਨੇ ਵੀ ਦੁਨੀਆ ਦੇ ਧਾਰਮਿਕ ਗ੍ਰੰਥ ਹਨ, ਧਰਮ ਜਿੰਨੇ ਵੀ ਚੱਲਦੇ ਨੇ, ਉਹਨਾਂ ਸਾਰਿਆਂ ਦਾ ਮਹਾਂਪੁਰਖਾਂ ਦਾ ਇੱਕੋ ਉਪਦੇਸ਼ ਹੁੰਦਾ ਹੈ। ਗ੍ਰੰਥ ਪੰਥ ਸਭ ਜਗਤ ਕੇ ਬਾਤ ਬਤਾਵੇਂ ਤੀਨ, ਹਿਰਦੈ ਸਿਮਰਨ ਮਨ ਦਇਆ ਤਨ ਸੇਵਾ ਮੇਂ ਲੀਨ। ਇਹੋ ਉਪਦੇਸ਼ ਭਗਵਾਨ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਰਹੇ ਨੇ। ਤੁਸੀਂ ਧਰਮ ਦੀ ਕਮਾਈ ਕਰੋ, ਸੱਚ ਬੋਲੋ, ਸੇਵਾ ਕਰੋ, ਸਿਮਰਨ ਕਰੋ,
ਲੋਕ ਪਰਲੋਕ ਸਫਲ ਹੋਏਗਾ। ਸਾਡੇ ਹਿੱਸੇ ਬਹੁਤ ਕੰਮ ਹਨ ਜੋ ਕਰਨੇ ਹਨ। ਇੰਨਾ ਕਹਿ ਕੇ ਆਪ ਜੰਗਲਾਂ ਨੂੰ ਚਲੇ ਗਏ। ਆਪ ਨੇ ਬਹੁਤ ਦੁਨੀਆ ਨੂੰ ਤਾਰਿਆ। ਆਪ ਨੇ ਕਾਬਲ, ਸਿੰਧ, ਹੈਦਰਾਬਾਦ, ਚੰਬਾ, ਕਸ਼ਮੀਰ, ਅਫਗਾਨਿਸਤਾਨ ਤੇ ਦੂਰ ਦੂਰ ਜਾ ਕੇ ਅਨੇਕਾਂ ਕੌਤਕ ਵਿਖਾਏ ਅਤੇ ਅਭਿਮਾਨੀਆਂ ਦਾ ਮਾਣ ਚਕਨਾਚੂਰ ਕੀਤਾ। ਦੁਖੀਆਂ ਗਰੀਬਾਂ ਨੂੰ ਗਲੇ ਲਾ ਕੇ ਉਹਨਾਂ ਦੀ ਸਹਾਇਤਾ ਕੀਤੀ। ਆਪ ਪਾਪਾਂ ਦਾ ਨਾਸ਼ ਕਰਕੇ ਧਰਮ ਦੇ ਝੰਡੇ ਬੁਲੰਦ ਕੀਤੇ। ਆਪ ਨੇ ਆਪਣੇ ਰਹਿਣ ਲਈ ਸਾਰੇ ਜੀਵਨ ਵਿੱਚ ਕੋਈ ਕੁਟੀਆ, ਕੋਈ ਘਰ, ਕੋਈ ਮਕਾਨ ਨਹੀਂ ਬਣਾਇਆ। ਆਪ 151 ਸਾਲ ਬਾਲ ਬ੍ਰਹਮਚਾਰੀ ਰਹੇ। ਉਦਾਸੀਨ ਭੇਖ ਆਪ ਦੀ ਹੀ ਮਿਹਰ ਸਦਕਾ ਦੁਨੀਆ ਦੇ ਕੋਨੇ ਕੋਨੇ ਵਿੱਚ ਪ੍ਰਫੁੱਲਤ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।